ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸਰਨਜੀਤ ਕੌਰ ਅਨਹਦ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ मैं आप जी ਦੇ ਸਾਹਮਣੇ ਨਵੀਂ ਕਹਾਣੀ ਅੱਧੀ ਛੁੱਟੀ ਪੇਸ਼ ਕਰ ਰਹੀ ਹਾਂ। ਆਸ ਕਰਦੀ ਹਾਂ ਆਪ ਜੀ ਨੂੰ ਪਸੰਦ ਆਏਗੀ। ਅੱਧੀ ਛੁੱਟੀ। ਅੱਜ ਮੈਨੂੰ ਪੂਰੀ ਉਮੀਦ ਸੀ ਕਿ ਰਾਜਨ ਮੈਨੂੰ ਆਪਣੀ ਟੀਮ ਵਿੱਚ ਜ਼ਰੂਰ ਸ਼ਾਮਲ ਕਰੇਗਾ ਤੇ ਮੈਂ ਵੀ ਬਾਕੀ ਬੱਚਿਆਂ ਵਾਂਗ ਅੱਧੀ ਛੁੱਟੀ ਵਿੱਚ ਫੁੱਟਬਾਲ ਖੇਡਾਂਗਾ। ਦੂਜੀ ਧਿਰ ਰਮੇਸ਼ ਕੋਲੋਂ ਤਾਂ ਮੈਨੂੰ ਕੋਈ ਆਸ ਨਹੀਂ ਸੀ। ਉਸ ਮੈਨੂੰ ਆਪਣੀ ਟੀਮ ਵਿੱਚ ਸ਼ਾਮਲ ਤਾਂ ਕੀ ਕਰਨਾ ਸੀ, ਸਗੋਂ ਉਹ ਤਾਂ ਮੈਨੂੰ ਸੁਕੜੂਮਲ ਕਹਿ ਕੇ ਅਕਸਰ ਚਿੜਾਉਂਦਾ ਤੇ ਸਾਰੇ ਬੱਚੇ ਖਿੜਖਿੜਾ ਕੇ ਹੱਸਦੇ। ਇਉਂ ਮੈਨੂੰ ਆਪਣੇ ਸਹਿਪਾਠੀਆਂ ਵਿੱਚ ਹਾਸੇ ਦਾ ਪਾਤਰ ਬਣ ਤਕਰੀਬਨ ਰੋਜ਼ ਹੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ। ਖੈਰ, ਮੈਦਾਨ ਵਿੱਚ ਟੀਮਾਂ ਵੰਡੀਆਂ ਜਾ ਰਹੀਆਂ ਸਨ ਤੇ ਰਾਜਨ ਮੈਨੂੰ ਲਗਾਤਾਰ ਅਣਗੌਲਿਆਂ ਕਰ ਰਿਹਾ ਸੀ। ਮੈਂ ਘੜੀ ਮੁੜੀ ਉਸਦੇ ਮੂਹਰੇ ਜਾ ਖੜਦਾ, ਪਰ ਉਹ ਪਰਾਂ ਖੜੋਤੇ ਜਮਾਤੀਆਂ ਨੂੰ ਹਾਕ ਮਾਰ ਸੱਦਦਾ ਤੇ ਆਪਣੀ ਟੀਮ ਵਿੱਚ ਸ਼ਾਮਲ ਕਰ ਲੈਂਦਾ। ਟੀਮਾਂ ਵੰਡੀਆਂ ਗਈਆਂ ਤੇ ਹਮੇਸ਼ਾ ਦੀ ਤਰ੍ਹਾਂ ਮੈਨੂੰ ਕਿਸੇ ਨੇ ਵੀ ਆਪਣੀ ਟੀਮ ਵਿੱਚ ਸ਼ਾਮਿਲ ਨਾ ਕੀਤਾ। ਮੈਂ ਸਾਹਮਣੇ ਪਏ ਕਾਲੇ ਬੈਂਚ ਉੱਤੇ ਜਿਵੇਂ ਹੀ ਬੈਠਾ, ਫੁੱਟਬਾਲ ਖੇਡਦੇ ਖਿਡਾਰੀਆਂ ਨੂੰ ਦੇਖ ਆਪ ਮੁਹਾਰੇ ਮੇਰੇ ਨੈਣਾਂ ਵਿੱਚੋਂ ਗੰਗਾ ਜਮਨਾ ਵਹਿ ਤੁਰੀਆਂ ਤੇ ਮੈਂ ਉੱਥੇ ਸਿਰ ਸੁੱਟ ਕੇ ਬਹਿ ਗਿਆ। ਮੈਂ ਤਾਂ ਰੋਜ਼ ਹੀ ਹਾਸੇ ਦਾ ਪਾਤਰ ਬਣਦਾ ਹਾਂ ਤੇ ਮੈਨੂੰ ਕੋਈ ਆਪਣੇ ਨਾਲ ਨਹੀਂ ਖਿਡਾਉਂਦਾ, ਪਰ ਹੰਝੂਆਂ ਦੇ ਹਰਲ ਹਰਲ ਵਗਣ ਦਾ ਕਾਰਨ ਇਹ ਸੀ ਕਿ ਅੱਜ ਸਵੇਰੇ ਹੀ ਅੰਗਰੇਜ਼ੀ ਦੀ ਜਮਾਤ ਵਿੱਚ ਰਾਜਨ ਮੇਰੇ ਕੋਲ ਆ ਕਹਿਣ ਲੱਗਾ, ਇੰਦਰ, ਅੰਗਰੇਜ਼ੀ ਵਾਲੇ ਮਾਸਟਰ ਜੀ ਨੇ ਕੱਲ ਜੋ ਲੇਖ ਕਰਨ ਨੂੰ ਦਿੱਤਾ ਸੀ, ਘਰੋਂ ਤੂੰ ਕਰਕੇ ਲਿਆਇਆ? ਮੈਂ ਹਾਂ ਵਿੱਚ ਸਿਰ ਹਿਲਾਇਆ। ਵਿਖਾਈ ਖਾਂ ਜਰਾ, ਉਸ ਪੂਰੀ ਚੌੜ ਵਿੱਚ ਕਿਹਾ। ਨਾ ਭਰਾਵਾ, ਜੇ ਮਾਸਟਰ ਜੀ ਨੂੰ ਪਤਾ ਲੱਗ ਗਿਆ ਤਾਂ ਮੇਰੀ ਖੈਰ ਨਹੀਂ, ਮੈਂ ਡਰਦੇ ਹੋਏ ਤਰਲਾ ਪਾਉਂਦੇ ਕਿਹਾ। ਸਾਰੇ ਜਾਣਦੇ ਸਨ ਕਿ ਅੰਗਰੇਜ਼ੀ ਵਾਲੇ ਮਾਸਟਰ ਜੀ ਦਾ ਸੁਭਾਅ ਬਹੁਤ ਸਖਤ ਹੈ ਤੇ ਕੰਮ ਨਾ ਕਰਨ ਦੇ ਏਵਜ਼ ਵਿੱਚ ਉਹ ਵਿਦਿਆਰਥੀਆਂ ਦੀ ਡਾਇਰੀ ਤੇ ਮਾਪਿਆਂ ਲਈ ਟਿੱਪਣੀ ਲਿਖ ਦਿੰਦੇ ਹਨ ਤੇ ਜੋ ਝਾੜ ਪਾਉਂਦੇ ਹਨ, ਰਹੇ ਰੱਬ ਦਾ ਨਾਂ, ਉਹਨਾਂ ਦੀ ਇਸ ਝਾੜ ਮੂਰੇ ਕਿਸੇ ਦੇ ਕੁਸਕਣ ਦੀ ਹਿੰਮਤ ਨਹੀਂ ਪੈਂਦੀ। ਵੇਖ ਲੈ ਭਰਾਵਾ, ਮੈਂ ਤੇ ਕਹਿਣਾ ਹੁਣਾ ਭਾਈ, ਰਲ ਮਿਲ ਕੇ ਜਿਹੜਾ ਕੰਮ ਹੋ ਜੇ ਉਸ ਵਰਗੀ ਰੀਸ ਕੋਈ ਨਹੀਂ। ਤੈਨੂੰ ਵੀ ਤਾਂ ਅੱਧੀ ਛੁੱਟੀ ਵੇਲੇ ਖੇਡਣ ਖਾਤਰ ਸਾਡੀ ਉਹ ਲੋੜ ਪੈਣੀ। ਉਸ ਦੀ ਗੱਲ ਸੁਣ ਮੇਰੀਆਂ ਅੱਖਾਂ ਵਿੱਚ ਚਮਕ ਆ ਗਈ ਤੇ ਉਸ ਨੂੰ ਵਿੱਚੋਂ ਟੋਕਦਿਆਂ ਮੈਂ ਕਿਹਾ, ਕੰਮ ਦੀ ਕੀ ਗੱਲ ਆ, ਲਿਆ ਕਾਪੀ ਦੋ ਝਰੀਟਾਂ ਹੀ ਤੇ ਮਾਰਨੀਆਂ, ਮੈਂ ਮਾਰ ਦੂੰ, ਗੱਲ ਹੀ ਕੋਈ ਨਹੀਂ। ਆਖ ਉਸਦੇ ਹੱਥਾਂ ਵਿੱਚ ਫੜੀ ਕਾਪੀ ਮੈਂ ਅਗਾਂਹ ਹੋ ਖੋ ਲਈ ਤੇ ਮਾਸਟਰ ਜੀ ਦੇ ਆਉਣ ਤੋਂ ਪਹਿਲਾਂ ਮਿੰਟਾਂ ਸਕਿੰਟਾਂ 'ਚ ਲੇਖ ਲਿਖ ਕੇ ਕਾਪੀ ਉਸਦੇ ਮੂਹਰੇ ਮੇਜ਼ ਤੇ ਧਰ ਦਿੱਤੀ। ਕਾਪੀ ਉਸ ਮੂਹਰੇ ਰੱਖਣ ਦੀ ਦੇਰ ਸੀ ਕਿ ਘੰਟੀ ਵੱਜ ਗਈ ਤੇ ਪਲਾਂ ਛਿਨਾਂ ਵਿੱਚ ਮਾਸਟਰ ਜੀ ਜਮਾਤ ਵਿੱਚ ਆ ਗਏ। ਆਉਂਦਿਆਂ ਹੀ ਉਹ ਕੱਲ ਵਾਲਾ ਪਾਠ ਮੁਕੰਮਲ ਕਰਵਾ ਕੇ ਬੱਚਿਆਂ ਦੀ ਕਾਪੀ ਸੋਧਣ ਲੱਗੇ ਤੇ ਸਾਂਝੀਆਂ ਕੀਤੀਆਂ ਗਲਤੀਆਂ ਨੂੰ ਕਾਲੇ ਫੱਟੇ ਤੇ ਲਿਖ ਨਾਲ ਸੁਧਾਰ ਕਾਰਜ ਕਰਵਾਉਣ ਲੱਗੇ। ਜਿਨ੍ਹਾਂ ਵਿਦਿਆਰਥੀਆਂ ਨੇ ਕੰਮ ਨਹੀਂ ਕੀਤਾ ਸੀ, ਮਾਸਟਰ ਜੀ ਨੇ ਉਹਨਾਂ ਨੂੰ ਚੇਤਾਵਨੀ ਦਿੰਦੇ ਹੋਏ ਉਹਨਾਂ ਦੀ ਡਾਇਰੀ ਤੇ ਟਿੱਪਣੀ ਲਿਖੀ ਤੇ ਸਖਤ ਲਫ਼ਜ਼ਾਂ ਵਿੱਚ ਤਾੜਨਾ ਕੀਤੀ। ਰਾਜਨ ਮੇਰੇ ਵੱਲ ਵੇਖ ਕੇ ਮੁਸਕਰਾ ਰਿਹਾ ਸੀ ਕਿਉਂ ਜੋ ਮੇਰੀ ਕੀਤੀ ਮਦਦ ਕਰਕੇ ਉਹ ਮਾਸਟਰ ਜੀ ਦੀਆਂ ਝਿੜਕਾਂ ਤੋਂ ਬਚ ਗਿਆ ਸੀ। ਮੈਂ ਵੀ ਆਪਣੇ ਖੱਬੇ ਹੱਥ ਦੀ ਲਿਖਤ ਤੇ ਹੈਰਾਨ ਸਾਂ ਕਿ ਮਾਸਟਰ ਜੀ ਵੀ ਲਿਖਾਈ ਨਾ ਪਛਾਣ ਸਕੇ। ਪਛਾਣਦੇ ਵੀ ਕਿਵੇਂ? ਮੇਰੀਆਂ ਖੱਬੇ ਹੱਥ ਨਾਲ ਕਾਪੀ ਤੇ ਮਾਰੀਆਂ ਝਰੀਟਾਂ ਹੂ ਬਹੂ ਰਾਜਨ ਦੀ ਕੀੜੇ ਮਾਰ ਲਿਖਾਈ ਨਾਲ ਮੇਲ ਜੋ ਖਾਂਦੀਆਂ ਸਨ। ਘੰਟੀ ਵੱਜਦਿਆਂ ਹੀ ਮਾਸਟਰ ਜੀ ਚਲੇ ਗਏ ਤੇ ਹੁਣ ਹਿਸਾਬ ਦਾ ਪੀਰੀਅਡ ਸੀ। ਮਗਰੋਂ ਅੱਧੀ ਛੁੱਟੀ ਹੋਣੀ ਸੀ। ਅੱਧੀ ਛੁੱਟੀ ਦਾ ਖਿਆਲ ਆਉਂਦਿਆਂ ਹੀ ਮੈਂ ਖੁਸ਼ ਹੋ ਗਿਆ ਸਾਂ ਕਿਉਂ ਜੋ ਅੱਜ ਰਾਜਨ ਨੇ ਮੈਨੂੰ ਆਪਣੀ ਫੁੱਟਬਾਲ ਟੀਮ ਵਿੱਚ ਸ਼ਾਮਿਲ ਕਰਨ ਦੀ ਗੱਲ ਕਹੀ ਸੀ। ਮੈਂ ਮਨ ਹੀ ਮਨ ਗੋਲ ਕਰਨ ਦੀ ਵਿਉਂਤ ਘੜਨ ਲੱਗਾ ਕਿ ਇਤਨੇ ਵਿੱਚ ਹਿਸਾਬ ਵਾਲੇ ਮਨਜੀਤ ਮੈਡਮ ਜਮਾਤ ਵਿੱਚ ਦਾਖਲ ਹੋਏ। ਮੈਡਮ ਜੀ ਨੇ ਕੁਝ ਸਵਾਲ ਕਾਲੇ ਫੱਟੇ ਤੇ ਲਿਖੇ ਤੇ ਵਿਦਿਆਰਥੀਆਂ ਨੂੰ ਹੱਲ ਕਰਨ ਲਈ ਆਪ ਕੁਰਸੀ ਤੇ ਬੈਠ ਗਏ ਤੇ ਕੁਝ ਮਿੰਟਾਂ ਮਗਰੋਂ ਵਾਰੀ-ਵਾਰੀ ਹਾਕ ਮਾਰ ਸਾਰੇ ਬੱਚਿਆਂ ਦੀ ਕਾਪੀ ਤੇ ਕੀਤੇ ਸਵਾਲਾਂ ਨੂੰ ਵਾਚਣ ਲੱਗੇ। ਇੰਦਰ ਨਾ ਸੁਣਦਿਆਂ ਹੀ ਮੈਂ ਆਪਣੀ ਕਾਪੀ ਚੁੱਕ ਮੈਡਮ ਜੀ ਦੀ ਕੁਰਸੀ ਵੱਲ ਦੌੜਿਆ ਤੇ ਜਾ ਉਹਨਾਂ ਦੀ ਮੇਜ਼ ਤੇ ਕਾਪੀ ਰੱਖੀ। ਚਸ਼ਮਾ ਹੇਠਾਂ ਕਰਦਿਆਂ ਸਾਰੇ ਸਵਾਲ ਗੌਰ ਨਾਲ ਵਾਚਣ ਮਗਰੋਂ ਉਹਨਾਂ ਚਸ਼ਮਾ ਉਤਾਂਹ ਕਰਦਿਆਂ ਮੇਰੇ ਵੱਲ ਮੂੰਹ ਨਾਲ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਂਦਿਆਂ ਕਿਹਾ, ਸ਼ਾਬਾਸ਼ ਪੁੱਤ, ਸਵਾਲ ਤਾਂ ਤੂੰ ਸਾਰੇ ਠੀਕ ਕੀਤੇ ਆ, ਪਰ ਇਹ ਦੱਸ ਤੂੰ ਖਾਂਦਾ ਪੀਂਦਾ ਨਹੀਂ, ਕਿਵੇਂ ਸੁੱਕੇ ਪੱਤੇ ਵਾਂਗੂ ਹਵਾ ਚ ਉੱਡਣ ਨੂੰ ਫਿਰਦਾ? ਮੈਡਮ ਜੀ ਦੇ ਬੋਲਣ ਦੀ ਦੇਰ ਸੀ ਕਿ ਸਾਰੇ ਜਮਾਤੀ ਉੱਚੀ ਹੱਸਣ ਲੱਗੇ। ਮੈਂ ਸਿਰ ਨੀਵਾਂ ਕਰ ਨਿਮਾਣਾ ਜਿਹਾ ਬਣ ਉੱਥੇ ਖਲੋਤਾ ਰਿਹਾ। ਫਿਰ ਮੈਡਮ ਜੀ ਨੇ ਮੇਰੇ ਸਿਰ ਤੇ ਹੱਥ ਫੇਰਦਿਆਂ ਕਿਹਾ, ਪੁੱਤ, ਇਹ ਤੇਰੀ ਖਾਣ ਪੀਣ ਦੀ ਉਮਰ ਆ, ਵਧੀਆ ਖੁਰਾਕ ਖਾਇਆ ਕਰ, ਕਿਵੇਂ ਲਿੱਸਾ ਜਿਹਾ ਹੋਇਆ ਫਿਰਦਾ? ਮੈਂ ਹਾਂ ਜੀ ਕਹਿ ਮੁਸਕਰਾ ਪਿਆ ਤੇ ਮੇਰੇ ਸਾਰੇ ਸਵਾਲ ਠੀਕ ਹੋਣ ਕਾਰਨ ਮੈਡਮ ਜੀ ਦੇ ਕਹਿਣ ਤੇ ਸਾਰੇ ਵਿਦਿਆਰਥੀਆਂ ਨੇ ਮੇਰੇ ਲਈ ਤਾੜੀਆਂ ਵਜਾਈਆਂ। ਮੈਂ ਵੀ ਮੈਡਮ ਜੀ ਦੇ ਮੂੰਹ ਭਿੱਜੇ ਵਤੀਰੇ ਨੂੰ ਵੇਖ ਅਤੇ ਜਮਾਤੀਆਂ ਵੱਲੋਂ ਵੱਜਦੀਆਂ ਤਾੜੀਆਂ ਦੀ ਗੂੰਜ ਸੁਣ 7ਵੇਂ ਅਸਮਾਨ ਤੇ ਉਡਾਰੀਆਂ ਲਾਉਣ ਲੱਗਾ ਤੇ ਕਾਪੀ ਚੁੱਕ ਆਪਣੀ ਥਾਂ ਤੇ ਆਣ ਬੈਠਾ। ਇਤਨੇ ਨੂੰ ਰਾਜਨ ਵੀ ਆਪਣੇ ਲਾਗੇ ਆ ਬਹਿ ਗਿਆ ਤੇ ਕਹਿਣ ਲੱਗਾ, ਇੰਦਰ, ਭਰਾ ਬਣ ਕੇ ਕਾਪੀ ਵਿਖਾ ਦੇ, ਮੈਂ ਵੀ ਆਪਣੀ ਕਾਪੀ ਤੇ ਸਵਾਲ ਕਰਨੇ ਆ।
मैं खुशी खुशी अपनी कापी उस ਵੱਲ कर ਦਿੱਤੀ। ਮੈਨੂੰ ਲੱਗ ਰਿਹਾ ਸੀ ਕਿ ਇਉਂ ਕਰਨ ਨਾਲ ਮੇਰੀ ਉਸ ਨਾਲ ਸਾਂਝ ਗੂੜੀ ਹੋ ਜਾਵੇਗੀ ਤੇ ਉਹ ਮੈਨੂੰ ਅੱਧੀ ਛੁੱਟੀ ਵੇਲੇ ਆਪਣੇ ਨਾਲ ਫੁੱਟਬਾਲ ਖਿਡਾਇਆ ਕਰੇਗਾ। ਰਾਜਨ ਨੇ ਸਵਾਲ ਕਰਨ ਮਗਰੋਂ ਮੇਰੇ ਵੱਲ ਵੇਖਿਆ ਵੀ ਨਹੀਂ ਤੇ ਸਾਹਮਣੇ ਬੈਠੇ ਸੰਦੀਪ ਨਾਲ ਜਾ ਗੱਲਾਂ ਕਰਨ ਲੱਗਾ। ਘੰਟੀ ਵੱਜ ਗਈ ਤੇ ਮਨਜੀਤ ਮੈਡਮ ਨੇ ਰਹਿ ਗਏ ਬੱਚਿਆਂ ਦੀਆਂ ਕਾਪੀਆਂ ਸੋਧਣ ਲਈ ਇਕੱਠੀਆਂ ਕੀਤੀਆਂ ਤੇ ਸਟਾਫ ਰੂਮ ਵਿੱਚ ਲੈ ਗਏ। ਮੈਂ ਵੇਖਿਆ ਰਾਜਨ ਨੇ ਚਾਹੀ ਆਪ ਅਗਾਂਹ ਹੋ ਆਪਣੀ ਕਾਪੀ ਮੈਡਮ ਜੀ ਦੇ ਹੱਥ ਫੜਾਈ। ਉਸ ਦੇ ਮੁਖ ਦੀ ਲਾਲੀ ਦੇਖ ਮੈਨੂੰ ਜਾਪਦਾ ਸੀ ਹੁਣ ਉਹ ਮੇਰਾ ਮਿੱਤਰ ਬਣ ਮੈਨੂੰ ਆਪਣੀ ਟੋਲੀ ਵਿੱਚ ਜ਼ਰੂਰ ਸ਼ਾਮਲ ਕਰੇਗਾ। ਅੱਜ ਅੱਧੀ ਛੁੱਟੀ ਦੀ ਘੰਟੀ ਵੱਜਣ ਦਾ ਮੈਨੂੰ ਬਾਹਲਾ ਸਰੂਰ ਚੜਿਆ। ਇਹ ਘੰਟੀ ਤਾਂ ਭਾਵੇਂ ਨਿੱਤ ਵੱਜਦੀ ਸੀ ਪਰ ਅੱਜ ਇਸ ਦੀ ਆਵਾਜ਼ ਮੈਨੂੰ ਕਿਸੇ ਵਿਸਮਾਦ ਨਾਦ ਨਾਲੋਂ ਘੱਟ ਪ੍ਰਤੀਤ ਨਹੀਂ ਹੋ ਰਹੀ ਸੀ। ਨਿੱਤ ਵਾਂਗ ਜਮਾਤ ਦੇ ਮੁੰਡੇ 5-7 ਮਿੰਟਾਂ ਵਿੱਚ ਰੋਟੀ ਖਾ ਕੇ ਖੇਡ ਦੇ ਮੈਦਾਨ ਵੱਲ ਦੌੜਨ ਲੱਗੇ। ਮੈਂ ਵੀ ਅੱਧੀ ਪਚੱਦੀ ਰੋਟੀ ਖਾਣ ਮਗਰੋਂ ਉਹਨਾਂ ਮਗਰ ਦੌੜ ਗਿਆ। ਮੈਂ ਸਿਰ ਨੀਵਾਂ ਕਰ ਆਪਣੇ ਖਿਆਲਾਂ 'ਚ ਵਿਚਰ ਰਿਹਾ ਸੀ ਤੇ ਰਾਜਨ ਦੇ ਖੁਦ ਗਰਜ਼ੀ ਭਰੇ ਵਤੀਰੇ ਨੂੰ ਵੇਖ ਹੈਰਾਨ ਸੀ ਤੇ ਉਹ ਮੈਨੂੰ ਆਪਣੇ ਨਾਲ ਨਹੀਂ ਖਿਡਾਉਣਾ ਚਾਹੁੰਦਾ ਸੀ ਤੇ ਮੈਨੂੰ ਕਹਿ ਦਿੰਦਾ। ਇਹ ਨਜ਼ਰ ਅੰਦਾਜ਼ ਕਰ ਉਸ ਮੇਰੇ ਦਿਲ ਨੂੰ ਬਾਹਲੀ ਠੇਸ ਪਹੁੰਚਾਈ ਸੀ। ਖਿਆਲਾਂ ਦੇ ਤਾਣੇ ਬਾਣੇ 'ਚ ਉਲਝਿਆ ਮੈਂ ਉਦੋਂ ਸੁਰ 'ਚ ਆਇਆ ਜਦੋਂ ਮੇਰੇ ਕੰਨਾਂ 'ਚ ਇਹ ਬੋਲ ਪਏ, ਚੱਲ ਓਏ ਸੁਕੜੂਮਲ, ਤੈਨੂੰ ਘੰਟੀ ਦੀ ਆਵਾਜ਼ ਨਹੀਂ ਸੁਣੀ? ਕਿਤੇ ਫੁੱਟਬਾਲ ਕੱਲਿਆਂ ਖੇਡਣ ਦਾ ਇਰਾਦਾ ਤਾਂ ਨਹੀਂ ਤੇਰਾ? ਰਮੇਸ਼ ਨੇ ਟਿੱਚਰ ਕਰਦਿਆਂ ਕਿਹਾ, ਨਾ ਭਰਾਵਾ, ਇਹ ਕਿੱਥੇ ਸਹਿ ਲੂਗਾ ਫੁੱਟਬਾਲ ਦਾ ਭਾਰ, ਇਸ ਤਾਂ ਫੁੱਟਬਾਲ ਹੇਠਾਂ ਆ ਕੇ ਮਰ ਜਾਣਾ। ਸੰਦੀਪ ਦੇ ਇਹ ਕਹਿਣ ਦੀ ਦੇਰ ਸੀ ਕਿ ਸਾਰਾ ਮੈਦਾਨ ਠਹਾਕਿਆਂ ਨਾਲ ਗੂੰਜ ਉੱਠਿਆ। ਅਚਾਨਕ ਰਮੇਸ਼ ਤੇ ਸੰਦੀਪ ਦੀਆਂ ਚੁਭਵੀਆਂ ਗੱਲਾਂ ਸੁਣ ਹੱਬੜਵਾਏ ਉੱਠ ਮੈਂ ਸਾਰੇ ਜਮਾਤੀਆਂ ਦੇ ਮਗਰ ਜਮਾਤ ਵੱਲ ਤੁਰ ਪਿਆ। ਅੱਜ ਮਾਯੂਸੀ ਇਸ ਕਦਰ ਮੇਰੇ ਤੇ ਹਾਵੀ ਸੀ ਕਿ ਮੈਨੂੰ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਵੀ ਨਹੀਂ ਸੁਣੀ ਤੇ ਮੈਂ ਡੋਰ ਪੋਰ ਹੋਇਆ ਆਪਣੇ ਆਪ ਨਾਲ ਘੁਲਦਾ ਰਿਹਾ। ਅਗਲਾ ਸੀਨ, ਲਾਇਬ੍ਰੇਰੀ ਦਾ ਪੀਰੀਅਡ ਹੋਰ ਕਾਰਨ ਅਸੀਂ ਸਾਰੇ ਇੱਕ ਕਤਾਰ ਵਿੱਚ ਲਾਇਬ੍ਰੇਰੀ 'ਚ ਆਣ ਬੈਠੇ ਤਾਂ ਨਵੇਂ ਆਏ ਸਰੋਜ ਮੈਡਮ ਜੀ ਸਾਨੂੰ ਕਿਤਾਬਾਂ ਬਾਰੇ ਦੱਸਦਿਆਂ ਕਹਿਣ ਲੱਗੇ, ਬੱਚਿਓ, ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹੁੰਦੀਆਂ। ਜਿਉਂ-ਜਿਉਂ ਅਸੀਂ ਇਹਨਾਂ ਨਾਲ ਸਾਂਝ ਪਾਉਂਦੇ ਹਾਂ ਤਿਉਂ-ਤਿਉਂ ਸਾਡੇ ਗਿਆਨ 'ਚ ਵਾਧਾ ਹੁੰਦਾ ਤੇ ਅਸੀਂ ਜ਼ਿੰਦਗੀ ਨੂੰ ਵਧੇਰੇ ਸਹਿਜਤਾ ਨਾਲ ਜਿਉਣ ਦੇ ਕਾਬਲ ਬਣਨੇ ਆ। ਗੱਲ ਪੂਰੀ ਕਰ ਉਹ ਸਾਨੂੰ ਕਿਤਾਬਾਂ ਦੀ ਤਰਤੀਬ ਬਾਰੇ ਸਮਝਾਉਣ ਲੱਗੇ ਤੇ ਅਲਮਾਰੀਆਂ ਵੱਲ ਇਸ਼ਾਰਾ ਕਰ ਕਿਤਾਬਾਂ ਸੰਬੰਧੀ ਲੋੜੀਂਦੀ ਜਾਣਕਾਰੀ ਦੇਣ ਲੱਗੇ। ਅੱਜ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਇੱਥੇ ਕਿਤਾਬਾਂ ਦੀ ਚੋਣ ਤੇ ਭਾਲ ਕਿਵੇਂ ਕਰਨੀ ਹੈ ਤੇ ਕਿਹੜੀ ਥਾਂ ਤੇ ਕਿਹੜੀ ਕਿਤਾਬ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਨਹੀਂ ਤਾਂ ਅੱਜ ਤੱਕ ਤਾਂ ਮੈਂ ਲਾਇਬ੍ਰੇਰੀ ਦੇ ਪੀਰੀਅਡ ਨੂੰ ਮौज ਮਸਤੀ ਦਾ ਹੀ ਪੀਰੀਅਡ ਸਮਝਦਾ ਰਿਹਾ ਸੀ ਤੇ ਅਕਸਰ ਕਾਪੀਆਂ ਦਾ ਅਧੂਰਾ ਕੰਮ ਇਸ ਪੀਰੀਅਡ ਵਿੱਚ ਹੀ ਪੂਰਾ ਕਰਦਾ ਸੀ। ਇਤਨੇ ਠਰਮੇ ਨਾਲ ਨਿੱਕੀਆਂ ਗੱਲਾਂ ਸਮਝਾਉਣ ਦੇ ਉਹਨਾਂ ਦੇ ਅੰਦਾਜ਼ ਨੇ ਮੈਨੂੰ ਕੀਲ ਲਿਆ ਤੇ ਮੈਂ ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ। ਉਹਨਾਂ ਦੀਆਂ ਗੱਲਾਂ ਦਾ ਹੀ ਅਸਰ ਸੀ ਕਿ ਮੈਂ ਅੱਧੀ ਛੁੱਟੀ ਵੇਲੇ ਹੰਡਾਏ ਤਣਾਅ ਤੋਂ ਮੁਕਤ ਹੋ ਗਿਆ ਤੇ ਸਾਹਮਣੇ ਵੱਡੀ ਸਾਰੀ ਕਾਲੇ ਰੰਗ ਦੀ ਅਲਮਾਰੀ ਖੋਲ ਕਿਤਾਬਾਂ ਨੂੰ ਵੇਖਣ ਲੱਗਾ। ਸਿਹਤ ਨਾਲ ਜੁੜੀਆਂ ਕਿਤਾਬਾਂ ਦਾ ਉੱਥੇ ਅੰਬਾਰ ਲੱਗਾ ਹੋਇਆ ਸੀ। ਮੈਂ ਕੁਝ ਕਿਤਾਬਾਂ ਚੁੱਕ ਉਹਨਾਂ ਦੇ ਵਰਕੇ ਫਰੋਲਣ ਲੱਗਾ। ਇਤਨੇ ਨੂੰ ਸਰੋਜ ਮੈਡਮ ਮੇਰੇ ਕੋਲ ਆਣ ਖਲੋਤੇ ਤੇ ਉਸੇ ਅਲਮਾਰੀ ਵਿੱਚੋਂ ਇੱਕ ਹਰੇ ਰੰਗ ਦੀ ਕਿਤਾਬ ਮੈਨੂੰ ਫੜਾਉਂਦੇ ਕਹਿਣ ਲੱਗੇ, ਪੁੱਤ, ਤੂੰ ਇਹ ਕਿਤਾਬ ਪੜ੍ਹ ਕੇ ਵੇਖ, ਇਸ ਦੀ ਸ਼ਬਦਾਵਲੀ ਬਹੁਤ ਸੌਖੀ ਹੈ ਤੇ ਇਹ ਤੇਰੇ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਤੋਂ ਪਹਿਲਾਂ ਮੈਂ ਕੁਝ ਹੂੰ ਹਾਂ ਕਰਦਾ ਉਹ ਕਿਤਾਬ ਮੇਰੇ ਹੱਥ ਵਿੱਚ ਫੜਾ ਬਾਕੀ ਵਿਦਿਆਰਥੀਆਂ ਕੋਲ ਜਾ ਉਹਨਾਂ ਦੀ ਕਿਤਾਬਾਂ ਸੰਬੰਧੀ ਸਮੱਸਿਆਵਾਂ ਹੱਲ ਕਰਨ ਲੱਗੇ। ਮੈਂ ਜਾਣਦਾ ਸੀ ਕਿ ਮੈਡਮ ਜੀ ਮੇਰੀ ਕਮਜ਼ੋਰ ਕਾਇਆ ਦੇਖ ਅਤੇ ਮੈਨੂੰ ਸਿਹਤ ਨਾਲ ਸੰਬੰਧਿਤ ਕਿਤਾਬਾਂ ਨੂੰ ਫਰੋਲਦੇ ਦੇਖ ਮੇਰੀ ਰਮਜ਼ ਪਛਾਣ ਗਏ ਸਨ ਅਤੇ ਇਉਂ ਮੈਨੂੰ ਬਿਨਾਂ ਕੁਝ ਅਹਿਸਾਸ ਕਰਵਾਏ ਮੇਰੀ ਮਦਦ ਕਰ ਇੱਕ ਅਮਿਟ ਛਾਪ ਮੇਰੇ ਦਿਲ ਤੇ ਛੱਡ ਗਏ ਸਨ। ਮੈਂ ਮੈਡਮ ਜੀ ਦੀ ਸੰਜੀਦਗੀ ਵੇਖ ਹੈਰਾਨ ਸੀ ਕਿ ਉਹਨਾਂ ਮੈਨੂੰ ਬਿਨਾਂ ਕੋਈ ਟੀਕਾ ਟਿੱਪਣੀ ਕੀਤੇ ਮੇਰੀ ਮਾਂ ਵਾਂਗ ਮੇਰੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਮੇਰੇ ਬਿਨਾਂ ਕੁਝ ਕਹੇ ਆਪ ਅਗਾਂਹ ਆ ਬੜੀ ਸਹਿਜਤਾ ਨਾਲ ਮੇਰੀ ਮਦਦ ਕੀਤੀ। ਮੈਂ ਵੀ ਅਲਮਾਰੀ ਬੰਦ ਕਰ ਸਾਹਮਣੇ ਪਈ ਕੁਰਸੀ ਤੇ ਆਣ ਬੈਠਾ ਤੇ ਕਿਤਾਬ ਪੜ੍ਹਨ ਲੱਗਾ। ਪੁੱਤ, ਕਿਤਾਬ ਪੜ੍ਹਨ ਲੱਗਿਆਂ ਹੱਥ 'ਚ ਕਾਪੀ ਕਲਮ ਰੱਖੀਦਾ ਤੇ ਕੰਮ ਆਉਣ ਵਾਲੇ ਨੁਕਤਿਆਂ ਨੂੰ ਨਾਲੋਂ ਨਾਲ ਲਿਖ ਲਈਦਾ। ਸ਼ੇਰਾ, ਇਹ ਕਿਤਾਬ ਸਦਾ ਤੇਰੇ ਨਾਲ ਨਹੀਂ ਰਹਿਣੀ ਪਰ ਇਹ ਲਿਖੇ ਹੋਏ ਨੁਕਤੇ ਤੇਰੇ ਕੋਲ ਰਹਿਣਗੇ ਤੇ ਜਦੋਂ ਤੂੰ ਵਾਰ-ਵਾਰ ਇਹਨਾਂ ਨੁਕਤਿਆਂ ਨੂੰ ਪੜ੍ਹੇਂਗਾ ਤਾਂ ਇਹ ਪਹਿਲਾਂ ਤੇਰੇ ਦਿਲ ਦਿਮਾਗ ਵਿੱਚ ਉਤਰਨਗੇ, ਮਗਰੋਂ ਤੇਰੀ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ। ਸਹਿਜ ਸੁਭਾ ਆਖ ਮੈਡਮ ਜੀ ਮੇਰੀ ਪਿੱਠ ਥਾਪੜਦੇ ਹੋਏ ਆਪਣੀ ਕੁਰਸੀ ਤੇ ਜਾ ਬੈਠੇ।
ਅੱਜ ਮੈਂ ਵਿਗਿਆਨ ਦੀ ਕਾਪੀ ਅਧੂਰਾ ਕੰਮ ਪੂਰਾ ਕਰਨ ਲਈ ਲਾਇਬ੍ਰੇਰੀ ਵਿੱਚ ਨਾਲ ਲਿਆਇਆ ਸੀ, ਪਰ ਸਰੋਜ ਮੈਡਮ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਮੈਂ ਕਿਤਾਬ ਪੜ੍ਹਨ ਲੱਗਾ ਤੇ ਉਸ ਕਾਪੀ ਦੇ ਅਖੀਰਲੇ ਸਫ਼ੇ ਤੇ ਆਪਣੇ ਲਈ ਲੋੜਵੰਦ ਗੱਲਾਂ ਲਿਖਣ ਲੱਗਾ। ਜਦੋਂ ਮੈਂ ਗਿਣਤੀ ਦੇ ਕੁਝ ਕੁ ਸਫ਼ੇ ਪੜ੍ਹ ਲਏ ਤੇ ਮੇਰੇ ਅੰਦਰ ਅਗਾਂਹ ਪੜ੍ਹਨ ਦੀ ਲਾਲਸਾ ਜਾਗ ਪਈ। ਮੈਂ ਸਰੋਜ ਮੈਡਮ ਜੀ ਕੋਲ ਜਾ ਸੰਗਦੇ ਹੋਏ ਕਹਿਣ ਲੱਗਾ, ਮੈਡਮ ਜੀ ਇਹ ਕਿਤਾਬ ਮੇਰੇ ਨਾਂ ਤੇ ਜਾਰੀ ਕਰ ਦਿਓ, ਮੈਂ ਘਰੇ ਬੈ ਪੜ੍ਹਨਾ ਚਾਹੁੰਦਾ। ਪੁੱਤ ਤੈਂ ਪਹਿਲਾਂ ਕਦੇ ਕੋਈ ਕਿਤਾਬ ਆਪਣੇ ਨਾਲੋਂ ਜਾਰੀ ਕਰਾਈ ਹੈ? ਬੜੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਦਿਆਂ ਮੈਡਮ ਜੀ ਨੇ ਪੁੱਛਿਆ। ਮੈਂ ਨਾਂ ਵਿੱਚ ਸਿਰ ਹਿਲਾ ਨੀਵੀਂ ਪਾ ਲਈ। ਮੈਨੂੰ ਪੁਰਾਣੀ ਲਾਇਬ੍ਰੇਰੀ ਵਾਲੀ ਮੀਨਾ ਮੈਡਮ ਦਾ ਚੇਤਾ ਆ ਗਿਆ, ਜਿਹੜੀ ਕਿਤਾਬਾਂ ਨੂੰ ਹੱਥ ਲਾਉਣ ਤੇ ਵੱਢ ਖਾਉਣ ਨੂੰ ਪੈਂਦੀ ਸੀ। ਕੁਝ ਸਮਾਂ ਪਹਿਲਾਂ ਮੈਂ ਮੇਜ਼ ਤੇ ਪਈ ਲਾਲ ਰੰਗ ਦੀ ਖੂਬਸੂਰਤ ਕਿਤਾਬ ਚੁੱਕ ਕੇ ਵੇਖ ਰਿਹਾ ਸੀ ਤਾਂ ਮੈਨੂੰ ਕੜਕਦੀ ਪਈ ਸੀ, ਓਏ ਮੁੰਡਿਆ ਕਿਤੋਂ ਪੁੱਛ ਕਿਤਾਬ ਨੂੰ ਹੱਥ ਲਾਇਆ? ਇਤਨੀ ਮਹਿੰਗੀ ਕਿਤਾਬ ਪਾਟ ਗਈ ਤੇ ਤੇਰਾ ਪਿਓ ਹਰਜਾਨਾ ਭਰੂਗਾ, ਰੱਖ ਹੇਠਾਂ। ਮੈਂ ਕੰਬਦੇ ਹੱਥਾਂ ਨਾਲ ਕਿਤਾਬ ਰੱਖੀ ਤੇ ਮੁੜ ਕਿਸੇ ਕਿਤਾਬ ਨੂੰ ਹੱਥ ਲਾਉਣ ਦਾ ਹੀਆ ਹੀ ਨਾ ਪਿਆ। ਚੱਲ ਕੋਈ ਨਾ, 2-3 ਦਿਨ 'ਚ ਪੜ੍ਹ ਕੇ ਮੁੜ ਜਾਈ। ਸਰੋਜ ਮੈਡਮ ਦੇ ਮਿੱਠੇ ਬੋਲ ਮੇਰੀ ਕੰਨਾਂ 'ਚ ਪਏ ਤੇ ਮੈਂ ਮੀਨਾ ਮੈਡਮ ਦੀ ਕੋੜੀ ਗੱਲਾਂ ਦੀ ਵਲਗਣ 'ਚੋਂ ਬਾਹਰ ਆਇਆ। ਪਰ ਮੈਡਮ ਜੀ ਲਾਇਬ੍ਰੇਰੀ ਦਾ ਪੀਰੀਅਡ ਤਾਂ ਅਗਲੇ ਵੀਰਵਾਰ ਆ, ਤਾਂ ਉਸ ਦਿਨ ਤੱਕ ਗੁਰਪੁਰਬ ਦੀ ਛੁੱਟੀ ਆ, ਇਹੋ ਤਾਂ 15 ਦਿਨਾਂ ਦੀ ਵਿੱਥ ਪੈ ਜਾਣੀ। ਮੈਂ ਇੱਕੋ ਸਾਹੇ ਬੋਲ ਗਿਆ। ਕਦੇ ਕਿਸੇ ਅਧਿਆਪਕ ਨਾਲ ਮੈਂ ਹੂੰ ਹਾਂ ਤੋਂ ਵੱਧ ਕੋਈ ਗੱਲ ਨਹੀਂ ਸੀ ਕੀਤੀ। ਪਤਾ ਨਹੀਂ ਕੁਝ ਕੁ ਘੜੀਆਂ 'ਚ ਮੈਡਮ ਜੀ ਨਾਲ ਕਿਹੀ ਸਾਂਝ ਪੈ ਗਈ ਸੀ ਜੋ ਮੈਂ ਉਹਨਾਂ ਨਾਲ ਮੁਖਾਤਿਬ ਹੋਣ ਦਾ ਹੌਸਲਾ ਕਰ ਬੈਠਾ ਤੇ ਉਹ ਵੀ ਅੱਗੋਂ ਮੁਸਕਰਾਉਂਦੇ ਹੋਏ ਕਹਿਣ ਲੱਗੇ, ਨਾ ਭਾਈ ਤੂੰ 15 ਦਿਹਾੜੇ ਇੱਕੋ ਕਿਤਾਬ ਹੀ ਪੜ੍ਹੇਂਗਾ ਤਾਂ ਇਹਨਾਂ ਬਾਕੀਆਂ ਕਿਤਾਬਾਂ ਨੂੰ ਕੌਣ ਪੜੂਗਾ? ਮੈਡਮ ਜੀ ਨੇ ਕਿਤਾਬਾਂ ਦੀਆਂ ਅਲਮਾਰੀਆਂ ਵੱਲ ਇਸ਼ਾਰਾ ਕਰਦੇ ਹੋਏ ਹਾਸੇ ਨਾਲ ਕਿਹਾ, ਤੂੰ ਲਾਇਬ੍ਰੇਰੀ ਦੇ ਪੀਰੀਅਡ ਦੀ ਉਡੀਕ ਨਾ ਕਰੀ, 2-4 ਦਿਨਾਂ 'ਚ ਕਿਤਾਬ ਪੜ੍ਹ ਕੇ ਅੱਧੀ ਛੁੱਟੀ ਵੇਲੇ ਮੋੜ ਜਾਈ। ਪਿਆਰ ਨਾਲ ਆਖ ਉਹਨਾਂ ਮੇਰੇ ਨਾਂ ਤੇ ਕਿਤਾਬ ਜਾਰੀ ਕਰ ਦਿੱਤੀ। ਹਾਂਜੀ, ਆਖ ਆਪਣੇ ਨਾਂ ਤੇ ਜਾਰੀ ਹੋਈ ਪਹਿਲੀ ਕਿਤਾਬ ਫੜ। ਮੇਰੇ ਮਨ ਦਾ ਮੋੜ ਜਿਵੇਂ ਪਹਿਲਾਂ ਪਾਉਣ ਨੂੰ ਫਿਰੇ। ਇਤਨੇ ਨੂੰ ਘੰਟੀ ਵੱਜ ਗਈ ਤੇ ਸਾਰੇ ਵਿਦਿਆਰਥੀ ਕਤਾਰ ਵਿੱਚ ਜਮਾਤ ਵੱਲ ਤੁਰ ਪਏ। ਮੈਂ ਵੀ ਚਾਹੀਂ ਕਿਤਾਬ ਚੁੱਕ ਉਹਨਾਂ ਮਗਰ ਹੋ ਤੁਰਿਆ। ਅਗਲਾ ਸੀਨ। ਘਰ ਆਉਣ ਮਗਰੋਂ ਹੱਥ ਮੂੰਹ ਧੋਤੇ ਤੇ ਛੇਤੀ ਹੀ ਰੋਟੀ ਪਾਣੀ ਤੋਂ ਵਿਹਲਾ ਹੋ ਮੈਂ ਕਿਤਾਬ ਪੜ੍ਹਨ ਬਹਿ ਗਿਆ। ਪੁੱਤ ਆਉਂਦੇ ਸਾਰ ਪੜ੍ਹਨ ਬਹਿ ਗਿਆ, ਟੀਵੀ ਵੀ ਬੰਦ ਕਰ ਛੱਡਿਆ ਈ, ਕਿਸੇ ਇਮਤਿਹਾਨ ਦੀ ਤਿਆਰੀ ਕਰਨੀ ਹੂੰ? ਮਾਂ ਨੇ ਹੈਰਾਨ ਹੁੰਦੇ ਪੁੱਛਿਆ। ਮਾਂ ਦਾ ਪੁੱਛਣਾ ਵੀ ਜਾਇਜ਼ ਸੀ ਕਿਉਂ ਜੋ ਮੈਂ ਸਕੂਲੋਂ ਆਉਣ ਮਗਰੋਂ ਅਕਸਰ ਸ਼ਾਮ ਤੱਕ ਟੀਵੀ ਮੂਰੇ ਸੱਜਿਆ ਰਹਿੰਦਾ ਸੀ ਤੇ ਸ਼ਾਮ ਨੂੰ ਬਾਪੂ ਜੀ ਦੇ ਘਰ ਪਰਤਣ ਮਗਰੋਂ ਕਿਤਾਬਾਂ ਵੱਲ ਮੂੰਹ ਕਰਦਾ ਸੀ। ਉਦੋਂ ਤੱਕ ਮਾਂ ਕਲਪਦੀ ਰਹਿੰਦੀ ਸੀ ਤੇ ਅਕਸਰ ਇੱਕੋ ਰਾਗ ਅਲਾਪਦੀ ਸੀ, ਵੇ ਇੰਦਰਾ ਅੱਗ ਲੱਗ ਜੇ ਤੇਰੇ ਖਸਮਾ ਖਾਣੇ ਟੀਵੀ ਨੂੰ, ਇਸ ਤੇਰੀਆਂ ਅੱਖਾਂ ਸਾੜ ਦੇਣੀਆਂ, ਆਣ ਦੇ ਤੇਰੇ ਬਾਪੂ ਨੂੰ, ਇਸ ਦਾ ਸਿਆਪਾ ਕਰਕੇ ਹਟਣਾ ਅੱਜ ਮੈਂ। ਤੇ ਅਕਸਰ ਬਾਪੂ ਦੇ ਆਉਣ ਮਗਰੋਂ ਸਾਰੇ ਰਾਗ ਰਾਗਣੀਆਂ ਭੁੱਲ ਜਾਂਦੀ ਤੇ ਮੈਂ ਵੀ ਦੂਰੋਂ ਆਉਂਦਾ ਬਾਪੂ ਦੇਖ ਟੀਵੀ ਬੰਦ ਕਰ ਆਪਣੀਆਂ ਕਿਤਾਬਾਂ ਦੁਆਲੇ ਹੋ ਜਾਂਦਾ ਤੇ ਮਾਂ ਗਰਮ ਦੁੱਧ ਦਾ ਗਿਲਾਸ ਮੇਰੇ ਪੁਆਂਦੀ ਆ ਧਰਦੀ ਤੇ ਚੁੱਪ ਵੱਟ ਲੈਂਦੀ। ਪਰ ਅੱਜ ਉਲਟੀ ਗੰਗਾ ਵਹਿੰਦੀ ਦੇਖ ਉਹ ਹੈਰਾਨ ਸੀ ਤੇ ਕਦੇ ਮੈਨੂੰ ਤੇ ਕਦੇ ਮੇਰੀ ਕਿਤਾਬ ਨੂੰ ਬਿਟ-ਬਿਟ ਦੇਖ ਰਹੀ ਸੀ। ਮੈਂ ਮਾਂ ਦੀਆਂ ਗੱਲਾਂ ਨੂੰ ਅਣਸੁਣਿਆ ਕਰ ਕਿਤਾਬ ਪੜ੍ਹਨ ਵਿੱਚ ਇਤਨਾ ਮਸਤ ਹੋ ਗਿਆ ਕਿ ਅੱਜ ਬਾਪੂ ਕੰਮ ਤੋਂ ਵਾਪਸ ਘਰ ਪਰਤ ਕੇ ਕਦੋਂ ਰੋਟੀ ਖਾ ਕੇ ਸੌਂ ਗਿਆ ਮੈਨੂੰ ਪਤਾ ਹੀ ਨਾ ਲੱਗਾ। ਸਰੋਜ ਮੈਡਮ ਜੀ ਦੇ ਕਹੇ ਮੁਤਾਬਕ ਸਾਰੇ ਨੋਟਸ ਲਿਖ ਕੇ ਮੈਂ ਕਿਤਾਬ ਦਾ ਆਖਰੀ ਸਫ਼ਾ ਪੜ੍ਹ ਹੀ ਰਿਹਾ ਸੀ ਕਿ ਰੋਟੀ ਦਾ ਥਾਲ ਹੱਥ ਵਿੱਚ ਫੜੀ ਮਾਂ ਮੇਰੇ ਸਿਰਾਣੇ ਖਲੋ ਕੇ ਦੱਬੀ ਆਵਾਜ਼ ਵਿੱਚ ਕਹਿਣ ਲੱਗੀ, ਹਾਏ ਵੇ ਇੰਦਰਾ ਤੂੰ ਸ਼ੁਦਾਈ ਤਾਂ ਨਹੀਂ ਹੋ ਗਿਆ? ਰੋਟੀ ਖਾਣੀ ਹੂੰ ਤਾਂ ਖਾ, ਨਹੀਂ ਤਾਂ ਕਿਤਾਬ ਹੀ ਝੁਲਸਲਾ। ਮੈਂ ਕਦੋਂ ਤੱਕ ਚੁੱਲ੍ਹੇ ਅੱਗੇ ਸਜੀ ਰਹਾ? ਤੜਕੇ ਫੇਰ ਡੰਗਰਾਂ ਨਾਲ ਡੰਗਰ ਹੋਣ ਨੂੰ ਤੇਰੇ ਬਾਪੂ ਨੇ ਮੈਨੂੰ ਉਠਾਲ ਦੇਣਾ। ਮੇਰੇ ਹੱਡਾਂ 'ਚ ਹੈ ਨਹੀਂ ਹੁਣ ਇਤਨਾ ਦਮ। ਮੈਂ ਮਾਂ ਹੱਥੋਂ ਰੋਟੀ ਦਾ ਥਾਲ ਫੜ ਘੁੱਟ ਕੇ ਜੱਫੀ ਪਾਈ ਤੇ ਸੌਣ ਲਈ ਕਿਹਾ। ਸੌਂ ਜਾ ਪੁੱਤ, ਕਿਉਂ ਆਪਣੀਆਂ ਅੱਖਾਂ ਦਾ ਵੈਰੀ ਬਣਿਆ? ਆਖ ਲਾਡ ਕਰਦੀ ਮਾਂ ਆਪਣੇ ਮੰਜੇ ਤੇ ਪੈ ਗਈ। ਮੈਂ ਸਾਰੀ ਕਿਤਾਬ ਮੁਕਾ ਰੋਟੀ ਖਾਧੀ ਤੇ ਸਕੂਲ ਦੀ ਤਿਆਰੀ ਕਰ ਸੌਂ ਗਿਆ। ਅਗਲਾ ਸੀਨ। ਅੱਜ ਸਕੂਲ ਪਹੁੰਚ ਕੇ ਮੈਂ ਬੜੀ ਬੇਸਬਰੀ ਨਾਲ ਅੱਧੀ ਛੁੱਟੀ ਦਾ ਇੰਤਜ਼ਾਰ ਕਰਨ ਲੱਗਾ। ਅੱਜ ਸਾਰੇ ਪੀਰੀਅਡ ਮੈਨੂੰ ਆਮ ਦਿਨਾਂ ਤੋਂ ਵਧੇਰੇ ਲੰਮੇਰੇ ਲੱਗੇ ਸਨ ਤੇ ਇੰਤਜ਼ਾਰ ਦੀਆਂ ਘੜੀਆਂ ਟੁੱਟੇ ਛਿੱਤਰ ਵਾਂਗੂ ਵਧਦੀਆਂ ਹੀ ਜਾ ਰਹੀਆਂ ਸਨ। ਬੜਾ ਔਖਾ ਹੋ ਮੈਂ ਸਬਰਾਂ ਦਾ ਘੁੱਟ ਪੀ ਅੱਧੀ ਛੁੱਟੀ ਦੀ ਇੰਤਜ਼ਾਰ ਕਰ ਰਿਹਾ ਸੀ ਕਿਉਂ ਜੋ ਅੱਜ ਮੈਂ ਸਰੋਜ ਮੈਡਮ ਜੀ ਨੂੰ ਕਿਤਾਬ ਵਾਪਸ ਮੋੜਨੀ ਸੀ ਤੇ ਉਹਨਾਂ ਹੈਰਾਨ ਹੋ ਜਾਣਾ ਸੀ ਕਿ ਕਿਵੇਂ ਮੈਂ ਇੱਕ ਦਿਨ ਵਿੱਚ ਹੀ ਸਾਰੀ ਕਿਤਾਬ ਪੜ੍ਹ ਲਈ ਸੀ। ਜਿਵੇਂ ਹੀ ਅੱਧੀ ਛੁੱਟੀ ਦੀ ਘੰਟੀ ਵੱਜੀ ਮੈਂ ਬਿਨਾਂ ਰੋਟੀ ਖਾਧੇ ਲਾਇਬ੍ਰੇਰੀ ਵੱਲ ਦੌੜਿਆ ਗਿਆ। ਅੱਗੋਂ ਸਰੋਜ ਮੈਡਮ ਨੇ ਖਿੜੇ ਮੱਥੇ ਮੈਨੂੰ ਅੰਦਰ ਆਉਣ ਲਈ ਕਿਹਾ, ਆ ਬਈ ਸ਼ੇਰਾ, ਕਰ ਲਿਆ ਕਿਲਾ ਫਤਿਹ, ਪੜ੍ਹ ਲਈ ਸਾਰੀ ਕਿਤਾਬ? ਮੈਂ ਸੰਗਦੇ ਹੋਏ ਹਾਂ ਵਿੱਚ ਸਿਰ ਹਿਲਾਇਆ ਤੇ ਕਿਤਾਬ ਅਤੇ ਨੁਕਤਿਆਂ ਵਾਲੀ ਕਾਪੀ ਉਹਨਾਂ ਦੇ ਮੇਜ਼ ਉੱਤੇ ਰੱਖ ਦਿੱਤੀ। ਉਹਨਾਂ ਕਿਤਾਬ ਪਾਸੇ ਰੱਖੀ ਤੇ ਮੇਰੇ ਲਿਖੇ ਨੁਕਤੇ ਪੜ੍ਹਨ ਲੱਗੇ ਤੇ ਮੇਰੇ ਵੱਲ ਵੇਖ ਕੇ ਕਹਿਣ ਲੱਗੇ,
ਪੁੱਤ, ਇਸ ਕਿਤਾਬ ਨੂੰ ਪੜ੍ਹਨ ਦਾ ਫਾਇਦਾ ਤਾਂ ਏ ਜੇ ਤੂੰ ਇਹਨਾਂ ਨੁਕਤਿਆਂ ਤੇ ਅਮਲ ਕਰੇਂਗਾ। ਜੀ, ਮੈਂ ਰੋਜ਼ ਵਾਧੂ ਪਾਣੀ ਪੀਵਾਂਗਾ, ਸ਼ਾਮ ਨੂੰ ਸੈਰ ਕਰਾਂਗਾ ਤੇ ਤਾਕਤਵਰ ਚੀਜ਼ਾਂ ਖਾ ਕੇ ਸਿਹਤਮੰਦ ਬਣਾਂਗਾ। ਹੁਣ ਨਹੀਂ ਮੈਂ ਬਹੁਤਾ ਚਿਰ ਸੁਕਣੂ ਮਲ ਰਹਿਣਾ। ਉਹ ਮੇਰੇ ਤਪਾਕ ਨਾਲ ਦਿੱਤੇ ਜਵਾਬ ਨੂੰ ਸੁਣ ਖਿੜਖਿੜਾ ਕੇ ਹੱਸਣ ਲੱਗੇ ਤੇ ਮੈਨੂੰ ਗੱਲ ਨਾਲ ਲਾ ਲਿਆ। ਮੈਨੂੰ ਬਿਲਕੁਲ ਉਹੀ ਅਹਿਸਾਸ ਹੋਇਆ ਜੋ ਰਾਤੀ ਮਾਂ ਨੂੰ ਜੱਫੀ ਪਾ ਕੇ ਹੋਇਆ ਸੀ। ਉਹਨਾਂ ਮੈਨੂੰ ਆਪਣੇ ਪਰਸ ਵਿੱਚੋਂ ਇੱਕ ਚਾਕਲੇਟ ਕੱਢ ਕੇ ਦਿੱਤੀ ਤੇ ਨਾਲ ਹੀ ਇੱਕ ਕਹਾਣੀ ਦੀ ਕਿਤਾਬ ਮੇਰੇ ਨਾਂ ਤੇ ਜਾਰੀ ਕਰਕੇ ਦਿੱਤੀ ਤੇ ਮੈਨੂੰ ਰੋਜ਼ ਇੱਕ ਕਹਾਣੀ ਪੜ੍ਹਨ ਦੀ ਹਿਦਾਇਤ ਦਿੱਤੀ। ਰੰਗ ਬਿਰੰਗੀ ਉਸ ਕਹਾਣੀਆਂ ਦੀ ਕਿਤਾਬ ਨੂੰ ਮੈਂ ਲੈ ਕੇ ਇੰਜ ਖਿੜ ਗਿਆ ਜਿਵੇਂ ਮੈਨੂੰ ਕੋਈ ਕੁਬੇਰ ਦਾ ਖਜ਼ਾਨਾ ਮਿਲ ਗਿਆ ਹੋਵੇ। ਹੁਣ ਮੈਂ ਨਿਤ ਕਹਾਣੀ ਪੜ੍ਹਦਾ ਤੇ ਕਿਤਾਬ ਪੂਰੀ ਹੋਣ ਤੇ ਜਦੋਂ ਮੈਡਮ ਜੀ ਨੂੰ ਕਿਤਾਬ ਵਾਪਸ ਮੋੜਨ ਜਾਂਦਾ ਤਾਂ ਉਹ ਮੇਰੇ ਲਈ ਅੱਗੋਂ ਇੱਕ ਕਿਤਾਬ ਤਿਆਰ ਰੱਖਦੇ। ਇਹ ਉਹਨਾਂ ਦੇ ਦਿੱਤੇ ਉਦਮ ਸਦਕਾ ਮੈਂ ਕਿਤਨੀਆਂ ਹੀ ਕਿਤਾਬਾਂ ਪੜ੍ਹ ਲਈਆਂ। ਕਿਤਾਬਾਂ ਦੇ ਸੰਗ ਨਾਲ ਮੇਰੇ ਸੁਭਾਅ ਵਿੱਚ ਬਹੁਤ ਤਬਦੀਲੀ ਆ ਗਈ ਸੀ। ਹੁਣ ਮੈਂ ਅੱਧੀ ਛੁੱਟੀ ਵੇਲੇ ਢੇਰੀ ਢਾ ਕੇ ਕਿਸੇ ਖੁੰਝੇ 'ਚ ਨਹੀਂ ਬਹਿੰਦਾ ਸੀ, ਸਗੋਂ ਸਭ ਤੋਂ ਮੂਰੇ ਬੈਠ ਫੁੱਟਬਾਲ ਦਾ ਮੈਚ ਦੇਖਦਾ ਸੀ ਤੇ ਖੇਡਣ ਵਾਲੀਆਂ ਟੀਮਾਂ ਨੂੰ ਹੱਲਾਸ਼ੇਰੀ ਦਿੰਦਾ ਸੀ। ਜਿਸ ਦਿਨ ਰਾਜਨ ਦੀ ਟੀਮ ਜਿੱਤਦੀ ਮੈਨੂੰ ਚਾਹ ਜਾ ਚੜ ਜਾਂਦਾ ਸੀ। ਰਾਜਨ ਭਾਵੇਂ ਹੁਣ ਵੀ ਮੈਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਤੋਂ ਗੁਰੇਜ਼ ਕਰਦਾ ਸੀ, ਪਰ ਮੈਂ ਉਸ ਨੂੰ ਆਪਣਾ ਜਿਗਰੀ ਦੋਸਤ ਬਣਾਉਣ ਦਾ ਪੂਰਾ ਯਤਨ ਕਰਦਾ ਸੀ ਤੇ ਉਸ ਦੀ ਫੁੱਟਬਾਲ ਟੀਮ ਵਿੱਚ ਸ਼ਾਮਿਲ ਹੋਣਾ ਲੋਚਦਾ ਸੀ। ਅਗਲਾ ਸੀਨ। ਹੁਣ ਸੈਰ ਕਰਨਾ, ਵੇਲੇ ਸਿਰ ਤਾਕਤਵਰ ਭੋਜਨ ਕਰਨਾ ਤੇ ਰੋਜ਼ ਇੱਕ ਕਹਾਣੀ ਪੜ੍ਹਨਾ ਮੇਰੇ ਨਿਤ ਦਾ ਵਿਹਾਰ ਬਣ ਗਿਆ ਸੀ। ਮਾਂ ਦੇ ਨਾਲ ਘਰ ਦੇ ਕੰਮਾਂ ਵਿੱਚ ਹੱਥ ਵੰਡਾਉਣਾ ਵੀ ਮੇਰੇ ਸੁਭਾਅ ਵਿੱਚ ਸ਼ਾਮਲ ਹੋ ਗਿਆ ਸੀ। ਹੁਣ ਅਕਸਰ ਮੈਂ ਤੇ ਮਾਂ ਛੇਤੀ ਘਰ ਦਾ ਕੰਮ ਨਿਬੇੜ ਸ਼ਾਮ ਸਵੇਰ ਸੈਰ ਕਰਨ ਨਿਕਲ ਜਾਂਦੇ ਤੇ ਸਾਰੇ ਰਾਹ ਮੈਂ ਮਾਂ ਨੂੰ ਪੜ੍ਹੀਆਂ ਹੋਈਆਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਸੁਣਾਉਂਦਾ ਤੇ ਮਾਂ ਵੀ ਬੜਾ ਸਵਾਦ ਲੈ ਸੁਣਦੀ ਤੇ ਬੜੇ ਚਾਵਾਂ ਨਾਲ ਹੁੰਗਾਰਾ ਭਰ ਮੈਨੂੰ ਹੱਲਾਸ਼ੇਰੀ ਦਿੰਦੀ ਤੇ ਕਈ ਵਾਰ ਮੈਨੂੰ ਉਲਾਂਭਾ ਦਿੰਦੀ ਕਹਿੰਦੀ, ਵੇ ਇੰਦਰਾ, ਤੂੰ ਦੂਜਿਆਂ ਦੀਆਂ ਲਿਖੀਆਂ ਕਹਾਣੀਆਂ ਹੀ ਸੁਣਾਈ ਜਾਵੇਂਗਾ ਜਾਂ ਕਦੇ ਆਪਣਾ ਵੀ ਕੋਈ ਵਰਕਾ ਲਿਖ ਕੇ ਸੁਣਾਵੇਂਗਾ? ਮਾਂ, ਕਹਾਣੀ ਲਿਖਣੀ ਕੋਈ ਸੌਖਾ ਕੰਮ ਨਹੀਂ, ਮੈਂ ਆਪਣੀ ਸਿਆਣਪ ਦਿਖਾਉਂਦੇ ਕਿਹਾ। ਲੈ, ਇਹਦੇ 'ਚ ਕੀ ਔਖਾ? ਤੂੰ ਕਹੇ ਤਾਂ ਮੈਂ ਤੈਨੂੰ 3600 ਕਹਾਣੀਆਂ ਲਿਖ ਦੇਵਾਂ। ਮਾਂ ਦੀ ਇਹ ਗੱਲ ਸੁਣ ਮੈਂ ਹੱਸ ਦੂਰਾ ਤੀਰਾ ਹੋ ਗਿਆ ਤੇ ਹੱਸਦੇ ਹਸਾਉਂਦੇ ਬਾਪੂ ਦੇ ਘਰ ਪਰਤਣ ਤੋਂ ਪਹਿਲਾਂ ਅਸੀਂ ਵਾਪਸ ਮੁੜ ਆਏ। ਮਾਂ ਦੀ ਸਹਿਜ ਸੁਭਾਅ ਕੀਤੀ ਇਸ ਗੱਲ ਨੇ ਮੇਰੇ ਅੰਦਰ ਕੁਝ ਲਿਖਣ ਦੀ ਲਾਲਸਾ ਪੈਦਾ ਕਰ ਦਿੱਤੀ। ਉਸ ਰਾਤ ਮੈਨੂੰ ਨੀਂਦ ਨਾ ਆਈ। ਮੈਂ ਸਾਰੀ ਰਾਤ ਪਾਸੇ ਮਾਰਦਾ ਰਿਹਾ ਤੇ ਮੇਰੇ ਅੰਦਰ ਇੱਕ ਅਜੀਬ ਕਿਸਮ ਦੀ ਉਥਲ-ਪੁਥਲ ਜਿਹੀ ਹੋਣ ਲੱਗੀ। ਅਚਾਨਕ ਤੜਕੇ 4 ਵਜੇ ਮੈਂ ਕਾਪੀ ਕਲਮ ਫੜ ਕੇ ਲਿਖਣ ਲੱਗਾ। ਮੈਨੂੰ ਕੁਝ ਨਹੀਂ ਪਤਾ ਸੀ ਕਿ ਮੈਂ ਕੀ ਲਿਖ ਰਿਹਾ ਸੀ, ਬਸ ਜੋ ਮਨ ਚ ਆਉਂਦਾ ਲਿਖਦਾ ਚਲਾ ਗਿਆ। ਫੁੱਲ, ਬੂਟੇ, ਪਸ਼ੂ, ਪੰਛੀ, ਪਤਾ ਨਹੀਂ ਕੀ ਕੁਝ ਸ਼ਬਦਾਂ ਰਾਹੀਂ ਮੈਂ ਖਾਲੀ ਸਫ਼ਿਆਂ ਤੇ ਉਕੇਰਦਾ ਚਲਾ ਗਿਆ। ਕਦੋਂ ਸਵੇਰ ਹੋ ਗਈ ਤੇ ਸਕੂਲ ਜਾਣ ਦਾ ਵੇਲਾ ਹੋ ਗਿਆ, ਕੁਝ ਪਤਾ ਨਾ ਲੱਗਾ। ਵੇ ਇੰਦਰਾ, ਤੂੰ ਸਾਰੀ ਰਾਤ ਨਹੀਂ ਸੁੱਤਾ? ਢਹਿ ਜਾਣਿਆ, ਮਸਾਂ ਤੇਰਾ ਸਰੀਰ ਬਣਨਾ ਸ਼ੁਰੂ ਹੋਇਆ, ਤੂੰ ਕਿਉਂ ਆਪਦਾ ਵੈਰੀ ਬਣਿਆ ਫਿਰਦਾ? ਅੱਖਾਂ ਮਲਦੀ ਮਾਂ ਮੇਰੇ ਸਿਰਹਾਣੇ ਆ ਖਲੋਤੀ ਤੇ ਮੈਂ ਮਾਂ ਨੂੰ ਘੁੱਟ ਕੇ ਜੱਫੀ ਪਾ ਲਈ। ਆਪਣੇ ਲਿਖੇ ਹੋਏ ਸਫ਼ੇ ਮਾਂ ਦੇ ਹੱਥਾਂ ਵਿੱਚ ਫੜਾਉਂਦਿਆਂ ਮੈਂ ਕਿਹਾ, ਮਾਂ, ਲਿਖ ਲਿਆ ਤੇਰੇ ਪੁੱਤ ਨੇ ਕਹਾਣੀ ਵਾਲਾ ਵਰਕਾ। ਅੱਜ ਸ਼ਾਮੀ ਸੈਰ ਵੇਲੇ ਤੈਨੂੰ ਕਿਸੇ ਹੋਰ ਦੀ ਨਹੀਂ ਸਗੋਂ ਆਪਦੀ ਕਹਾਣੀ ਸੁਣਾਉਂਗਾ। ਮੇਰਾ ਝੱਲਾ ਪੁੱਤ, ਅੱਜ ਸਕੂਲ ਦੀ ਛੁੱਟੀ ਕਰ ਲੈ ਤੇ ਸੌਂ ਜਾ, ਉਨੀਂਦਰਾ ਲੱਗਦਾ ਹੈ। ਮਾਂ ਨੇ ਮੂੰਹ ਵਿੱਚ ਭਿੱਜ ਕੇ ਕਿਹਾ, ਨਾ ਅੱਜ ਛੁੱਟੀ? ਅੱਧੀ ਛੁੱਟੀ ਨੂੰ ਮੈਂ ਸਰੋਜ ਮੈਡਮ ਨੂੰ ਕਿਤਾਬ ਮੋੜਨੀ ਹੈ, ਨਾਲੇ ਜੋ ਕੁਝ ਹੈ ਲਿਖਿਆ ਉਹ ਵੀ ਤਾਂ ਦਿਖਾਉਣਾ ਹੈ। ਆਖ ਮੈਂ ਮਾਂ ਦੇ ਹੱਥੋਂ ਕਿਤਾਬ ਫੜ ਬਸਤੇ 'ਚ ਪਾਈ ਤੇ ਸਕੂਲ ਜਾਣ ਲਈ ਤਿਆਰ ਹੋ ਗਿਆ। ਜਿਸ ਦਿਨ ਅੱਧੀ ਛੁੱਟੀ ਨੂੰ ਮੈਂ ਸਰੋਜ ਮੈਡਮ ਕੋਲ ਜਾਣਾ ਹੁੰਦਾ, ਉਸ ਦਿਨ ਮੈਨੂੰ ਅਜੀਬ ਜੀ ਖੁਮਾਰੀ ਚੜੀ ਹੁੰਦੀ। ਕੁਝ ਕਰ ਦਿਖਾਉਣ ਦਾ ਜਜ਼ਬਾ ਮੇਰੇ ਦਿਲ ਦਿਮਾਗ ਤੇ ਹਾਵੀ ਹੁੰਦਾ। ਅੱਜ ਜਦੋਂ ਅੱਧੀ ਛੁੱਟੀ ਵੇਲੇ ਲਾਇਬ੍ਰੇਰੀ ਵਿੱਚ ਦਾਖਲ ਹੋਇਆ ਤਾਂ ਮੈਡਮ ਜੀ ਮੈਨੂੰ ਦੇਖਦੇ ਸਾਰ ਹੀ ਬੋਲੇ, ਆ ਬਈ ਸ਼ੇਰਾ, ਅੱਜ ਬੜੀਆਂ ਲਾਲੀਆਂ ਚੜੀਆਂ ਤੈਨੂੰ, ਦੱਸ ਬਈ ਕੀ ਨਵਾਂ ਕਰਕੇ ਲਿਆਇਆ? ਮੈਂ ਬਿਟ ਮੈਡਮ ਜੀ ਨੂੰ ਦੇਖਦਾ ਰਹਿ ਗਿਆ। ਪਤਾ ਨਹੀਂ ਕਿਹੜੀ ਤਿਲਸਮੀ ਸ਼ਕਤੀ ਨਾਲ ਮੈਡਮ ਜੀ ਮੇਰੇ ਦਿਲ ਦਿਮਾਗ ਦੀਆਂ ਸਾਰੀਆਂ ਤੇਹਾਂ ਫਰੋਲ ਲੈਂਦੇ ਹਨ। ਸੁਕੜੂਮਲ ਕਹੇ ਜਾਣ ਵਾਲੇ ਨੂੰ ਜਿਹੜੀ ਮੈਡਮ ਸ਼ੇਰਾ ਕਹਿ ਕੇ ਸੱਚਮੁੱਚ ਦਾ ਸ਼ੇਰ ਬਣਾ ਸਕਦੀ ਹੈ, ਉਸ ਲਈ ਦਿਲ ਦਿਮਾਗ ਪੜ੍ਹ ਲੈਣਾ ਕਿਹੜੀ ਵੱਡੀ ਗੱਲ ਸੀ। ਦਿਮਾਗ 'ਚ ਆਏ ਇਸ ਖਿਆਲ ਨੇ ਮੇਰਾ ਤੌਖਲਾ ਦੂਰ ਕੀਤਾ। ਮੈਂ ਮੈਡਮ ਜੀ ਨੂੰ ਰਾਤ ਦੀ ਲਿਖੀ ਕਹਾਣੀ ਦਿਖਾਈ। ਉਹਨਾਂ ਬਿਨਾਂ ਕੁਝ ਕਹੇ ਕਹਾਣੀ ਵਾਲੇ ਸਫ਼ੇ ਆਪਣੇ ਪਰਸ ਵਿੱਚ ਰੱਖ ਲਏ ਤੇ ਮੈਨੂੰ ਕੁਝ ਨਾ ਕਿਹਾ। ਅੱਜ ਮੈਡਮ ਜੀ ਨੇ ਮੈਨੂੰ ਕੋਈ ਕਿਤਾਬ ਵੀ ਪੜ੍ਹਨ ਲਈ ਨਹੀਂ ਦਿੱਤੀ। ਇਸ ਤੋਂ ਪਹਿਲਾਂ ਮੈਂ ਕੁਝ ਸਮਝ ਸਕਦਾ, ਮੈਡਮ ਜੀ ਨੇ ਬੜੀ ਸਹਿਜਤਾ ਨਾਲ ਕਿਹਾ, ਪੁੱਤ, ਹੁਣ ਤੂੰ ਕਿਤਾਬਾਂ ਦੀ ਚੋਣ ਕਰਨ ਲਾਇਕ ਹੋ ਗਿਆ। ਜਾਂ ਮੇਰਾ ਪੁੱਤ ਆਪ ਲੱਭ ਆਪਣੇ ਲਈ ਕੋਈ ਕਿਤਾਬ। ਸੱਚਮੁੱਚ ਮੈਨੂੰ ਕਿਤਾਬ ਲੱਭਣ 'ਚ ਬਹੁਤਾ ਸਮਾਂ ਨਾ ਲੱਗਾ ਤੇ ਮੈਂ ਇੱਕ ਕਹਾਣੀਆਂ ਦੀ ਕਿਤਾਬ ਕੱਢ ਲਿਆਇਆ ਤੇ ਆਪਣੇ ਨਾਂ ਤੇ ਜਾਰੀ ਕਰਵਾ ਕੇ ਵਾਪਸ ਆ ਗਿਆ।
ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਡਮ ਜੀ ਨੇ ਅੱਜ ਮੇਰੀ ਪਹਿਲੀ ਲਿਖੀ ਕਹਾਣੀ ਲਈ ਇਤਨੀ ਬੇਰੁਖੀ ਕਿਉਂ ਦਿਖਾਈ ਤੇ ਮੈਨੂੰ ਹਮੇਸ਼ਾ ਦੀ ਤਰ੍ਹਾਂ ਗਲਵਕੜੀ 'ਚ ਲੈ ਕੇ ਮੇਰਾ ਉਤਸ਼ਾਹ ਕਿਉਂ ਨਹੀਂ ਵਧਾਇਆ। ਕੁਝ ਦਿਨ ਲੰਘ ਗਏ, ਮੈਂ ਲਾਇਬ੍ਰੇਰੀ ਵੱਲ ਰੁੱਖ ਹੀ ਨਾ ਕੀਤਾ। ਫੁੱਟਬਾਲ ਖੇਡੇਂਗਾ? ਅੱਜ ਅੱਧੀ ਛੁੱਟੀ ਨੂੰ ਅਚਾਨਕ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਰਾਜਨ ਨੇ ਮੇਰੇ ਕੋਲੋਂ ਪੁੱਛਿਆ। ਕੁਝ ਚਿਰ ਤਾਂ ਮੈਨੂੰ ਸਮਝ ਹੀ ਨਹੀਂ ਆਈ ਕਿ ਇਹ ਮੇਰੀ ਮੋਹ ਭਿੱਜੀ ਦੋਸਤੀ ਦਾ ਅਸਰ ਸੀ ਜਾਂ ਰਾਜਨ ਮੇਰੀ ਡੀਲ ਡਾਲ ਤੋਂ ਪ੍ਰਭਾਵਿਤ ਹੋਇਆ ਸੀ, ਜਿਸ ਨੂੰ ਬਣਾਉਣ ਵਿੱਚ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਕਰੜੀ ਮੁਸ਼ੱਕਤ ਕਰ ਰਿਹਾ ਸੀ। ਹਾਂ ਭਰਾਵਾ, ਇਸੇ ਦਿਨ ਨੂੰ ਤਾਂ ਉਡੀਕਦਾ ਸੀ ਮੈਂ। ਮੈਂ ਟੀਮ ਵਿੱਚ ਸ਼ਾਮਲ ਹੋ ਖੇਡਣ ਲੱਗਾ ਤੇ ਚੰਗੇ ਭਾਗਾਂ ਨਾਲ ਪਹਿਲੀ ਵਾਰ ਖੇਡਣ ਦੇ ਬਾਵਜੂਦ ਮੈਚ ਮੇਰੇ ਆਖਰੀ ਗੋਲ ਕਾਰਨ ਜਿੱਤਿਆ ਗਿਆ। ਸ਼ੇਰਾ, ਤੂੰ ਲਾਇਬ੍ਰੇਰੀ ਕਿਉਂ ਨਹੀਂ ਆ ਰਿਹਾ? ਸਰੋਜ ਮੈਡਮ ਦੀ ਆਵਾਜ਼ ਸੁਣ ਮੈਂ ਪਿੱਛਾਂ ਪਰਤ ਕੇ ਦੇਖਿਆ ਤੇ ਮੈਡਮ ਜੀ ਨੂੰ ਖੇਡ ਦੇ ਮੈਦਾਨ ਵਿੱਚ ਦੇਖ ਕੇ ਹੈਰਾਨ ਹੋ ਗਿਆ। ਉਹਨਾਂ ਮੈਨੂੰ ਅੱਜ ਦਾ ਅਖਬਾਰ ਫੜਾਉਂਦੇ ਕਿਹਾ, ਸ਼ੇਰਾ ਅੱਜ ਅਖਬਾਰ 'ਚ ਤੇਰੀ ਕਹਾਣੀ ਛਪੀ ਹੈ। ਸੁਣਦਿਆਂ ਹੀ ਜਿਵੇਂ ਮੈਂ ਤਾਂ ਖੁਸ਼ੀ ਨਾਲ ਝੱਲਾ ਹੀ ਹੋ ਗਿਆ ਤੇ ਖੁਸ਼ੀ ਦੇ ਮਾਰੇ ਮੇਰੀਆਂ ਅੱਖਾਂ 'ਚ ਗੰਗਾ ਜਮਨਾ ਫੇਰ ਵਹਿ ਤੁਰੀਆਂ। ਮੈਂ ਨਿਉ ਕੇ ਮੈਡਮ ਜੀ ਦੇ ਪੈਰ ਛੂਹੇ ਤੇ ਮੈਡਮ ਜੀ ਨੇ ਮੈਨੂੰ ਗਲਵਕੜੀ 'ਚ ਲੈਂਦਿਆਂ ਢੇਰ ਦੁਆਵਾਂ ਦਿੱਤੀਆਂ। ਅਗਲਾ ਸੀਨ। ਘਰ ਆਉਂਦੇ ਹੀ ਮੈਂ ਮਾਂ ਨੂੰ ਅਖਬਾਰ ਦਿਖਾਈ ਤੇ ਆਪਣੀ ਕਹਾਣੀ ਵੱਲ ਮਾਂ ਦਾ ਧਿਆਨ ਕੇਂਦਰਿਤ ਕੀਤਾ। ਪੁੱਤ, ਰੋਟੀ ਬਾਅਦ 'ਚ ਖਾਵਾਂਗੇ, ਤੂੰ ਪਹਿਲਾਂ ਮੈਨੂੰ ਕਹਾਣੀ ਪੜ੍ਹ ਕੇ ਸੁਣਾ, ਮਾਂ ਨੇ ਕਾਹਲੀ ਵਿੱਚ ਕਿਹਾ। ਨਹੀਂ ਮਾਂ, ਸ਼ਾਮ ਨੂੰ ਸੈਰ ਕਰਨ ਜਾਵਾਂਗੇ ਤਾਂ ਸੁਣਾਵਾਂਗਾ, ਮੈਂ ਠਰਮੇ ਨਾਲ ਜਵਾਬ ਦਿੱਤਾ। ਨਾ, ਜਦੋਂ ਤੱਕ ਤੂੰ ਕਹਾਣੀ ਨਹੀਂ ਸੁਣਾਉਣੀ ਮੈਂ ਤੈਨੂੰ ਰੋਟੀ ਨਹੀਂ ਦੇਣੀ, ਮਾਂ ਨਿਆਣਿਆਂ ਵਾਂਗ ਅੜੀਆਂ ਕਰਨ ਲੱਗੀ। ਮੈਂ ਮਾਂ ਦੀ ਜਿੱਦ ਮੂਰੇ ਹਾਰ ਗਿਆ ਤੇ ਸੋਫੇ ਤੇ ਬੈਠ ਕਹਾਣੀ ਸੁਣਾਉਣ ਲੱਗਾ। ਮਾਂ ਤਾਂ ਜਿਵੇਂ ਕਿਸੇ ਸਮਾਧੀ ਵਿੱਚ ਲੀਨ ਹੋ ਕੇ ਮੇਰੀ ਕਹਾਣੀ ਸੁਣ ਰਹੀ ਸੀ। ਕਹਾਣੀ ਸੁਣਨ ਮਗਰੋਂ ਮਾਂ ਨੇ ਮੈਨੂੰ ਰੋਟੀ ਦਿੱਤੀ ਤੇ ਆਪ ਬਿਨਾਂ ਰੋਟੀ ਖਾਦੇ ਅਖਬਾਰ ਫੜ ਬਾਹਰ ਵੱਲ ਨੂੰ ਤੁਰ ਗਈ। ਮੈਂ ਜਾਣਦਾ ਸੀ ਹੁਣ ਜਦੋਂ ਤੱਕ ਮਾਂ ਨੇ ਸਾਰੇ ਮੁਹੱਲੇ ਨੂੰ ਮੇਰੀ ਅਖਬਾਰ ਵਿੱਚ ਛਪੀ ਕਹਾਣੀ ਨਹੀਂ ਦਿਖਾ ਲੈਣੀ, ਉਦੋਂ ਤੱਕ ਮਾਂ ਨੇ ਟਿਕ ਕੇ ਨਹੀਂ ਬਹਿਣਾ। ਸ਼ਾਮ ਨੂੰ ਜਦੋਂ ਬਾਪੂ ਜੀ ਘਰ ਆਏ ਤਾਂ ਮਾਂ ਤਾਂ ਜਿਵੇਂ ਪਹਿਲਾਂ ਹੀ ਅਖਬਾਰ ਹੱਥ ਵਿੱਚ ਫੜੀ ਉਹਨਾਂ ਨੂੰ ਉਡੀਕ ਰਹੀ ਸੀ। ਉਹਨਾਂ ਦੇ ਆਉਂਦਿਆਂ ਹੀ ਕਹਿਣ ਲੱਗੀ, ਮੱਖਿਆ ਜੀ, ਤੁਸੀਂ ਆਂਦੇ ਹੁੰਦੇ ਸੀ ਕਿ ਹਿਸਾਬ ਵਾਲੇ ਮਾਸਟਰ ਨੇ ਅੱਧੀ ਛੁੱਟੀ ਵੇਲੇ ਮੈਨੂੰ ਵਾਧੂ ਪੜ੍ਹਾ ਕੇ ਤੁਹਾਨੂੰ ਮੁਨਸ਼ੀ ਬਣਾ ਦਿੱਤਾ ਤੇ ਅੱਜ ਦੇਖ ਲਓ ਆਪਣੇ ਪੁੱਤ ਇੰਦਰ ਨੂੰ ਵੀ ਇਸ ਦੀ ਸਰੋਜ ਮੈਡਮ ਨੇ ਅੱਧੀ ਛੁੱਟੀ ਵਿੱਚ ਵਾਧੂ ਸਮਾਂ ਦੇ ਕੇ ਲੇਖਕ ਬਣਾ ਦਿੱਤਾ। ਬਾਪੂ ਨੇ ਅਖਬਾਰ ਹੱਥ ਵਿੱਚ ਫੜਦਿਆਂ ਬੜੀ ਗੌਰ ਨਾਲ ਵੇਖੀ। ਬਾਪੂ ਦੇ ਅੱਖਾਂ ਦੀ ਚਮਕ ਮੈਥੋਂ ਝੱਲੀ ਨਹੀਂ ਸੀ ਜਾਂਦੀ। ਪਹਿਲੀ ਵਾਰ ਉਹਨਾਂ ਨੇ ਮੈਨੂੰ ਗਲਵਕੜੀ 'ਚ ਲੈਂਦਿਆਂ ਕਿਹਾ, ਪੁੱਤ, ਸੱਚੇ ਲੇਖਕ ਤਾਂ ਦਰਵੇਸ਼ ਹੁੰਦਾ, ਜਮਾ ਰੱਬ ਦਾ ਰੂਪ। ਅੱਜ ਮੇਰਾ ਇੰਦਰ ਸੱਚਮੁੱਚ ਦੇਵਤਾ ਬਣ ਗਿਆ। ਅੱਜ ਮੇਰਾ ਇੰਦਰ ਸੱਚਮੁੱਚ ਦੇਵਤਾ ਬਣ ਗਿਆ। ਧੰਨਵਾਦ।